ब्रेक तो बाद एक बार फिर तो तुहाडा स्वागत है। तो ग्राउंड जीरो तो न्यूज़ बुलेटिन लैके मैं गौरव शुक्ला तुहाडे नाल लगातार जुड़िया होया है। ਸਿੰਘੂ बॉर्डर तो असीं तस्वीरां दे नाल हर अपडेट असीं तुहाडे तक पहुंचा रहे हैं। वड्डी खबर दे नाल इस सैगमेंट की शुरुआत करन जा रहे हैं। वड्डी खबर इस समय दी किसान आगू रुलदू सिंह दे नाल जुड़ी हुई है। जी हां, जो अमित शाह दे नाल मुलाकात हुई, जो मुलाकात तकरीबन 2-2.5 घंटे चली, उस दे विच की कुछ होया है, की कुछ गलबात हुई है। न्यूज़ 18 ਦੇ ਉੱਤੇ एक्सक्लूसिव गलबात के दौरान किसान आगू रुलदू सिंह होरां दे ਵੱਲੋਂ ਦੱਸਿਆ ਗਿਆ। उन्होंने कहा कि सरकार एक कानून वापस लैन नूं तैयार है। वड्डी खबर है, बहुत वड्डी खबर है। 3 कानून ते उन्हां दे विचों एक कानून वापस लैन नूं केंद्र दी सरकार तैयार है। एक किसान आगू रुलदू सिंह इसका दावा कर रहे हैं ते नाल ही उन्होंने यह भी कहा कि सरकार एक नवा कानून बनाउण नूं राजी भी है। तो वड्डी खबर है इस समय की। कल अमित शाह के नाल मीटिंग हुई सी, मीटिंग के की कुछ गलबात हुई है, उसके उत्ते गलबात असीं कीती है। रुलदू सिंह के नाल वड्डी खबर इस करके हो जाती है क्योंकि किसान आगू वड्डा दावा कर रहे हैं कि 3 कानूनों नूं जिसनूं रद्द करने की मांग हो रही है, उसदे विचों एक कानून रद्द करने के लिए केंद्र की सरकार तैयार हो चुकी है तो एक नवा कानून लियाउण दे लई भी केंद्र की सरकार तैयार है। तो गलबात अगे वधदी हुई नजर आ रही है, पर इस सब दे विचाले इंतजार प्रपोजल का भी है जो केंद्र की सरकार दे वल्लों भेजा जाना है किसान जथेबंदियां तक। उन्होंने की गलबात रखी, की प्रस्ताव तुहाडे सामने रखा? ਅਸੀਂ ਬਹਿ ਗਏ, ਅਮਿਤ ਸ਼ਾਹ ਆਏ, ਠੀਕ ਹੈ, ਅਸੀਂ ਸਤਿ ਸ੍ਰੀ ਅਕਾਲ ਬੈਠਿਆਂ ਨੇ ਬੁਲਾਤੀ ਸਾਰਿਆਂ ਨੇ, ਤੇ ਉਹਨੇ ਆ ਕੇ ਮਤਲਬ ਪਹਿਲਾਂ ਜਿਹੜਾ ਖੇਤੀਬਾੜੀ ਮੰਤਰੀ ਆ ਉਹੀ ਰੱਟਾ ਲਾਇਆ। ਨਰਿੰਦਰ ਸਿੰਘ ਤੋਮਰ ਉਹੀ ਪੁਰਾਣੀਆਂ ਗੱਲਾਂ ਕਹਿ ਰਹੇ। ਉਹ ਬਲਵੀਰ ਰਾਜਾ ਨੇ ਕਹਿੰਦੇ ਅਸੀਂ ਬਥੇਰਾ ਪੜ੍ਹ ਲਿਆ, ਸਾਨੂੰ 4 ਮੀਟਿੰਗਾਂ ਤੁਸੀਂ ਪੜ੍ਹਾਤਾ, ਇਹਨੂੰ ਰਹਿਣ ਦਿਓ। ਉਹ ਕਹਿ ਰਹੇ ਕਿ ਕਾਨੂੰਨ ਤੁਹਾਡੇ ਫਾਇਦੇਮੰਦ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ 8-8 ਘੰਟੇ ਮੀਟਿੰਗ 'ਚ ਚੱਲੀਆਂ ਉਹੀ ਪਹਿਲਾਂ ਨਰਿੰਦਰ ਸਿੰਘ ਤੋਮਰ ਕਰਦੇ ਰਹੇ। ਹਾਂ ਕਰਦੇ ਰਹੇ ਉਹੀ। ਫਿਰ ਸ਼ਾਹ ਜੀ ਆ ਬੋਲਣ, ਸ਼ਾਹ ਜੀ ਸਾਨੂੰ ਉਹੀ ਗੱਲ ਸਮਝਾਉਣ ਲੱਗ ਗਏ, ਇਹ ਚਾਹ ਜੀ, ਇਹ ਚਾਹ ਜੀ, ਇਹ ਚਾਹੇਗਾ। ਇੱਕ ਗੱਲ ਤੋਂ ਅਸੀਂ ਥੋੜਾ ਟੱਪਲਾ ਖਾਦਾ ਸਾਡੀ ਲੀਡਰਸ਼ਿਪ ਨੇ, ਜਿਹੜਾ ਅਸੀਂ ਨੁਕਤੇ ਲਿਖ ਕੇ ਦਿਏ। ਮੈਂ ਉਹਦਾ ਵਿਰੋਧ ਕੀਤਾ ਸੀ, ਨਹੀਂ ਲਿਖ ਕੇ ਦੇਣੇ ਚਾਹੀਦੇ ਸਾਨੂੰ। ਅਸੀਂ ਤਾਂ ਜਦੋਂ ਪੰਜਾਬ ਚੋਂ ਤੁਰਿਆ ਹਰਦਾਸ ਕਰਕੇ ਤੁਰਿਆ ਵੀ 3 ਕਾਨੂੰਨ ਰੱਦ ਕਰਾਵਾਂਗੇ। ਤੁਹਾਡੀਆਂ 8 ਮੰਗਾਂ ਨੇ, 8 ਮੰਗਾਂ ਚੋਂ ਕਿਹੜੀ ਕਿਹੜੀ ਅਜੇ ਸਰਕਾਰ ਮੰਨਦੀ ਹੋਈ ਨਜ਼ਰ ਆ ਰਹੀ, ਜੋ ਕੱਲ ਅਮਿਤ ਸ਼ਾਹ ਨੇ ਕਿਹਾ ਕਿ ਆਹ ਮੰਗਾਂ ਤੁਹਾਡੀਆਂ ਮੰਨ ਰਹੇ? ਸਰਕਾਰ ਜਿੱਥੋਂ ਤੱਕ ਮੈਨੂੰ ਨਜ਼ਰ ਆਉਂਦੀ ਹੈ, ਇੱਕ ਤਾਂ ਜਿਹੜਾ ਬਿਜਲੀ ਐਕਟ ਹੈ, ਬਿਜਲੀ ਹਾਂ, ਜਿਹੜਾ ਜਿਵੇਂ ਅਸੀਂ ਚਾਹੁੰਦੇ ਕਰਨਾ ਚਾਹੁੰਦੇ ਨੇ, ਜੋ ਕਹਿ ਰਹੇ ਕਿ ਸਬਸਿਡੀ ਅਸੀਂ ਜਾਰੀ ਰੱਖਾਂਗੇ। ਇੱਕ ਜਿਹੜਾ ਸਾਡਾ ਪਰਾਲੀ ਦਾ ਸਾਨੂੰ ਜੁਰਮਾਨਾ ਕਰੋੜ ਰੁਪਈਆ ਕਰਿਆ, ਉਹ ਤੇ ਆਉਣਾ ਚਾਹੁੰਦੀ ਹੈ। ਉਹ 2 ਗੱਲਾਂ ਮੰਨ ਲਈਆਂ ਕਿ ਪਰਾਲੀ ਦਾ ਆਰਡੀਨੈਂਸ ਅਸੀਂ ਉਸ ਤੋਂ ਬਾਹਰ ਕੱਢ ਰਹੇ ਹਾਂ, ਕਿਸਾਨਾਂ ਨੂੰ ਬਾਹਰ ਕੱਢ ਰਹੇ ਹਾਂ। ਸਰ ਮੈਨੂੰ ਇਹ ਲੱਗਿਆ ਵੀ ਸਰਕਾਰ ਦੇ ਦਿਮਾਗ 'ਚ ਇੱਕ ਵੀ ਕਾਨੂੰਨ ਬਣਾ ਦਈਏ ਵੀ ਜਿਹੜਾ ਇਦੋਂ ਘੱਟ ਰੱਦ ਖਰੀਦੂਗਾ ਤਾਂ ਉਸ ਨੂੰ ਮਤਲਬ ਜੁਰਮਾਨਾ ਉਹਨੂੰ ਅਪਰਾਧ ਗਿਣਿਆ ਜਾਂਦਾ। ਹੁਣ ਪਹਿਲਾਂ ਕਾਨੂੰਨ ਨਹੀਂ ਹੈਗਾ। ਜਿਵੇਂ ਪੰਜਾਬ 'ਚ MSP ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ MSP ਤੋਂ ਘੱਟ ਅਗਰ ਕੋਈ ਪ੍ਰਾਈਵੇਟ ਘਰਾਨਾ ਖਰੀਦੇਗਾ ਤਾਂ ਉਹਨੂੰ ਜੁਰਮਾਨਾ ਲਗਾਇਆ ਜਾਏਗਾ। ਇਹ ਨਵਾਂ ਕਾਨੂੰਨ ਬਣਾਉਣ ਦੀ ਸਰਕਾਰ ਗੱਲ ਕਰ ਰਹੀ ਹੈ। ਇੱਧਰ ਨੂੰ ਸਰਕਾਰ ਤੁਰ ਹੈ। ਅਸਲ ਨਾਲ ਸਰਕਾਰ ਨੇ ਆਪਣੀ ਕੰਬਲੀ ਭਾਰੀ ਕਰ ਲਈ। ਜੇ ਸਰਕਾਰ ਸਾਨੂੰ, ਜੇ ਅਸੀਂ ਪਹਿਲੀ ਮੀਟਿੰਗ ਹੋਈ ਸੀ ਉਦੋਂ ਅਸੀਂ ਮੰਨ ਗਏ, ਮੈਂ ਅੜਿਆ ਹੋਇਆ ਜੀ ਵੀ ਨਹੀਂ ਰੇਲਾਂ ਚੱਲਣ ਦਿੰਦੀਆਂ, ਪਰ ਮੇਰੇ ਸਾਥੀਆਂ ਨੇ ਮੈਨੂੰ ਬਣਾ ਲਿਆ ਵੀ 2 ਰੇਲਾਂ ਚੱਲ ਪੈਣ ਦੇ। ਮੈਂ ਵੀ ਮੰਨ ਗਿਆ, ਮੈਂ ਚਲਾ ਲਓ। ਉਦੋਂ ਅਸੀਂ ਕਹਤਾ ਸੀ ਕਮੇਟੀ ਵੀ ਬਣਾ ਲਓ ਤੇ ਉਦੋਂ ਬਾਅਦ ਆਪਾਂ ਮੀਟਿੰਗਾਂ ਕਰਾਂਗੇ, ਸਾਰਾ ਕੁਝ ਕਰਾਂਗੇ। ਉਹਦੇ ਉਹ ਆਕੜ ਕੇ ਜਿਹੜਾ ਰੇਲ ਮੰਤਰੀ ਕਹਿੰਦਾ ਮੈਂ ਤਾਂ ਸਾਰੀਆਂ ਚਲਾਉਂਗਾ। ਅੱਛਾ, ਇਹ 3 ਗੱਲਾਂ ਮੰਨ ਲਈਆਂ ਤੁਸੀਂ। ਇੱਕ ਪਰਾਲੀ ਕਹਿ ਰਹੇ ਹੋ, ਇੱਕ ਇਲੈਕਟ੍ਰਿਸਿਟੀ ਕਹਿ ਰਹੇ ਹੋ, ਇੱਕ MSP ਨੂੰ ਲੈ ਕੇ ਕਹਿ ਰਹੇ ਹੋ ਕਿ ਨਵਾਂ ਕਾਨੂੰਨ ਸਰਕਾਰ ਬਣਾ ਜਾਏਗੀ। ਹੋਰ ਕਿਹੜੀ ਮੰਗ ਮੰਨ ਲਈ? ਹੋਰ ਜਿਹੜੇ ਸਾਡੇ ਲੀਡਰਾਂ ਨੇ ਲਿਖ ਕੇ ਦਿੱਤੇ ਨੁਕਤੇ ਵੀ ਉਹਨਾਂ ਨੇ ਕਿਹਾ ਕਿ ਰਾਈਟਰਾਂ ਦੇ ਉੱਤੇ, ਬੁੱਧੀਜੀਵੀਆਂ ਦੇ ਉੱਤੇ ਜਿਹੜੇ ਪਰਚੇ ਨੇ ਜਾਂ ਫਿਰ ਪਰਾਲੀ ਨੂੰ ਲੈ ਕੇ ਪਰਚੇ ਹੋਏ, ਜਿਹੜੇ ਉਹਦੇ ਵਿੱਚ ਨੁਕਤੇ ਨੇ, ਕੁਝ ਵੀ ਆ ਹੋਊਗਾ, ਆ ਹੋਊਗਾ, ਉਹ ਸਭ ਮੈਂ ਇੰਨਾ ਪੜ੍ਹਿਆ ਲਿਖਿਆ ਨਹੀਂ, ਸਾਡੇ ਲੀਡਰ ਲਿਖ ਕੇ ਨੇ, ਉਹ ਕਹਿੰਦੇ ਉਹ ਸਾਰੇ ਕੱਢ ਦੇਣੇ ਆ, ਸਾਨੂੰ ਕੱਲਾ ਖੋਖ ਜਿਹਾ ਰੱਖ ਲੈਣ ਦਿਓ। ਉਹ ਕਹਿੰਦੇ ਕਿ ਜੋ ਤੁਸੀਂ ਗਲਤੀਆਂ ਖਾਮੀਆਂ ਦਸੀਆਂ ਉਹ ਇੱਕ ਦੂਰ ਕਰਾਂਗੇ, ਲੇਕਿਨ ਕਾਨੂੰਨ ਰਹਿਣ ਦਿਓ। ਉਹ ਅਮਿਤ ਸ਼ਾਹ ਨੇ ਇਹ ਗੱਲ ਕਹੀ, ਖੋਖ ਰਹਿਣ ਦਿਓ, ਖੋਖ। ਹਾਂ, ਇੱਥੋਂ ਤੱਕ ਵੀ ਗੱਲ ਹੋ ਗਈ ਵੀ ਤੁਹਾਡਾ ਵੀ ਇੱਜ਼ਤ ਦਾ ਸਵਾਲ ਹੈ, ਸਾਡਾ ਵੀ ਇੱਜ਼ਤ ਦਾ ਸਵਾਲ ਹੈ। ਇਹ ਅਮਿਤ ਸ਼ਾਹ ਨੇ ਕਿਹਾ ਕਿ ਤੁਹਾਡੀ ਇੱਜ਼ਤ ਦਾ ਸਵਾਲ ਹੈ, ਸਾਡੀ ਇੱਜ਼ਤ ਦਾ ਸਵਾਲ ਹੈ। ਬਿਲਕੁਲ ਉਹਨੇ ਕਿਹਾ। ਫਿਰ ਤੁਸੀਂ ਕੀ ਕਿਹਾ? ਅਸੀਂ ਆਖਿਆ ਫਿਰ ਸਾਰੀ ਇੱਜ਼ਤ ਇੱਕੋ ਜਿਹੀ ਹੁੰਦੀ ਹੈ, ਉਹ ਤਾਂ ਫਿਰ ਸਾਰਿਆਂ ਨੂੰ ਇੱਕੋ ਜਿਹੀ ਦੇਖਣਾ ਭੁਗਤਣੀ ਪਊਗੀ। ਮੇਰੇ ਹਿਸਾਬ ਨਾਲ ਅਸੀਂ ਜਿੱਤ ਕੇ ਨਿਕਲਾਂਗੇ। ਜੇ ਅਸੀਂ ਇਦੋਂ ਘੱਟ ਨਿਕਲਾਂਗੇ, ਮੈਂ ਪਹਿਲਾਂ ਹੀ ਵੇਟ ਹੈ ਫਿਰ ਸਾਡੀ ਲੌਂਗੋਵਾਲ ਨਹੀਂ ਬਣੂ ਸਾਡਾ। ਨਹੀਂ, ਤੁਸੀਂ ਅੰਦੋਲਨ ਉਦੋਂ ਤੱਕ ਉਦਾਂ ਹੀ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਾਨੂੰਨ ਰੱਦ ਨਹੀਂ ਕਰ ਦਿੰਦੀ? ਮੇਰਾ ਖਿਆਲ ਤੁਸੀਂ ਇੱਕ ਗੱਲ ਕਹੋਗੇ, ਅੱਜ ਮਾਨਸਾ ਦੇ ਵਿੱਚੋਂ ਤੁਸੀਂ ਇੰਟੈਲੀਜੈਂਸੀ ਤੋਂ ਪਤਾ ਕਰ ਲਓ 500 ਬੰਦਾ ਰੇਲ ਚੜਿਆ, ਅੱਜ 500। ਹੁਣ ਸਾਨੂੰ ਸੌਖੇ ਹੋ ਗਏ ਸੀ, ਹੁਣ ਤੁਹਾਨੂੰ ਟਰੈਕਟਰ ਲਿਆਉਣ ਦੀ ਲੋੜ ਨਹੀਂ। 1000 ਚੜ੍ਹ ਇੱਧਰੋਂ ਵਗ ਜਾ ਕਰੂਗਾ, 1000 ਚੜ੍ਹ ਜਾ ਕਰੂਗਾ। ਤਾਂ रुलदू सिंह ਵੱਡਾ ਦਾਅਵਾ ਕਰ ਰਹੇ ਨੇ, ਵੱਡੇ ਕਿਸਾਨ ਆਗੂ ਨੇ, ਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ 3 ਦੇ ਵਿੱਚੋਂ ਇੱਕ ਕਾਨੂੰਨ ਵਾਪਸ ਲੈਣ ਦੇ ਲਈ ਤਿਆਰ ਹੈ ਤੇ ਇੱਕ ਕਾਨੂੰਨ ਨਵਾਂ ਲਿਆਉਣ ਦੇ ਲਈ ਵੀ ਤਿਆਰ ਹੈ, ਤਾਂ ਕਿ ਗੱਲਬਾਤ ਅੱਗੇ ਵੱਧ ਰਹੀ ਹੈ, ਸਹੀ ਦਿਸ਼ਾ 'ਚ ਵੱਧ ਰਹੀ ਹੈ ਤੇ ਜਲਦ ਇਸ ਪੂਰੇ ਮਸਲੇ ਦਾ ਹੱਲ ਨਿਕਲ ਆਏਗਾ। ਅਸੀਂ ਸਿੰਘੂ ਬਾਰਡਰ ਤੋਂ ਲਗਾਤਾਰ ਨਿਊਜ਼ 18 ਪੰਜਾਬ ਗਰਾਊਂਡ ਜ਼ੀਰੋ ਤੋਂ ਲਾਈਵ ਬੁਲੇਟਿਨ ਤੁਹਾਡੇ ਤੱਕ ਪਹੁੰਚਾ ਰਿਹਾ ਹੈ, ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਹੈ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਇਸ ਸਮੇਂ ਟਿਕਰੀ ਬਾਰਡਰ ਤੋਂ। ਮੇਰੇ ਸਹਿਯੋਗੀ ਸਾਡੇ ਨਾਲ ਨੇ रोहित बंसल। रोहित का रुख करते हैं। रोहित, की कुछ इस समय तुहाडे कोल जानकारी, की कुछ उत्थे माहौल इस समय नजर आ रहा है केंद्र दे नाल कल होने वाली मीटिंग तो पहला, क्योंकि एक बार मुड़ तो सद्दा आ गया है 6वें गेट की मीटिंग केंद्र दे नाल
ਕੱਲ ਯਾਨੀ ਕਿ 10 ਦਸੰਬਰ ਨੂੰ ਹੋਵੇਗੀ। ਸੱਦਾ ਭੇਜਿਆ ਜਾ ਰਿਹਾ ਹੈ ਕੇਂਦਰ ਵੱਲੋਂ। ਰੋਹਿਤ ਜੀ ਬਿਲਕੁਲ ਕਿਉਂਕਿ ਕੱਲ ਇੱਕ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਅੱਜ ਦੀ ਜੋ ਮੀਟਿੰਗ ਸੀ ਉਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਔਰ ਕੱਲ 10 ਤਰੀਕ ਨੂੰ ਇੱਕ ਹੋਰ ਮੀਟਿੰਗ ਬੁਲਾਈ ਗਈ ਹੈ। ਖਾਸ ਗੱਲ ਇਸ ਮੀਟਿੰਗ ਤੋਂ ਪਹਿਲਾਂ ਇਹ ਵੀ ਹੈ ਕਿ ਅੱਜ ਕਿਉਂਕਿ ਕੇਂਦਰੀ ਕੈਬਨਿਟ ਦੀ ਇੱਕ ਮੀਟਿੰਗ ਹੋਣ ਵਾਲੀ ਔਰ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਸਾਹਮਣੇ ਆ ਸਕਦੇ ਨੇ। ਜਿਸ ਤਰ੍ਹਾਂ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਕੇਂਦਰ ਕਿਤੇ ਨਾ ਕਿਤੇ APMC ਐਕਟ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਔਰ ਇਸ ਤੋਂ ਇਲਾਵਾ ਜਿਹੜੇ ਦੋ ਬਿੱਲ ਸੀ, ਬਿਜਲੀ ਸੋਧ ਬਿੱਲ ਔਰ ਦੂਸਰਾ ਜਿਹੜਾ ਪਰਾਲੀ ਔਰ ਪ੍ਰਦੂਸ਼ਣ ਦੇ ਧੂਏ ਨੂੰ ਲੈ ਕੇ ਬਿੱਲ ਬਣਾਇਆ ਗਿਆ ਸੀ, ਉਹ ਤੋਂ ਪਿੱਛੇ ਹਟਦਾ ਕੇਂਦਰ ਨਜ਼ਰ ਆ ਰਿਹਾ ਔਰ ਦੋ ਬਿੱਲਾਂ ਦੇ ਵਿੱਚ ਕੇਂਦਰ ਸੋਧ ਕਰਨ ਦੇ ਲਈ ਤਿਆਰ ਹੈ। ਪਰ ਕਿਸਾਨ ਇਸ ਗੱਲ ਤੇ ਅੜੇ ਹੋਏ ਨੇ ਕਿ ਅਸੀਂ ਪੰਜੇ ਦੀਆਂ ਪੰਜੇ ਚੀਜ਼ਾਂ ਜਿੰਨਾ ਚਿਰ ਰੱਦ ਨਹੀਂ ਹੋ ਜਾਂਦੀਆਂ ਅਸੀਂ ਆਪਣੇ ਜਿਹੜਾ ਐਜੀਟੇਸ਼ਨ ਹੈ, ਜਿਹੜਾ ਆਪਣਾ ਪ੍ਰੋਟੈਸਟ ਨੂੰ ਵਾਪਸ ਨਹੀਂ ਲਿਆਉਂਦੇ। ਕੁਝ ਕਿਸਾਨ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਾਂਗੇ। ਬਾਪੂ ਜੀ, ਅੱਜ ਜਿਹੜਾ ਕੇਂਦਰ ਸਰਕਾਰ ਨੇ ਕੱਲ ਨੂੰ ਇੱਕ ਹੋਰ ਮੀਟਿੰਗ ਬੁਲਾ ਲਈ ਹੈ, 10 ਤਰੀਕ ਨੂੰ ਇੱਕ ਹੋਰ ਮੀਟਿੰਗ ਬੁਲਾ ਲਈ ਹੈ, ਕਿਸ ਤਰ੍ਹਾਂ ਦੇਖ ਰਹੇ ਹੋ? ਸਭ ਤੋਂ ਪਹਿਲਾਂ 10 ਤਰੀਕ ਦੀ ਇਸ ਮੀਟਿੰਗ ਨੂੰ ਪਤਾ ਕਿ ਕੇਂਦਰ ਸਰਕਾਰ ਜਿਹੜੀ ਹੈ ਨਾ ਉਹ ਕਰ ਰਹੀ ਹੈ ਕਿਸਾਨਾਂ ਨੂੰ ਖਰਾਬ। ਕਿਉਂਕਿ ਕੱਲ ਅਹਿਮਦ ਸ਼ਾਹ ਨੇ ਮੀਟਿੰਗ ਬੁਲਾਈ ਸੀ, ਕਦੀ ਉੱਥੇ ਆ ਜਾਓ, ਕਦੀ ਉੱਥੇ ਆ ਜਾਓ, ਬਾਅਦ 'ਚ ਮਿਲੇ ਨਹੀਂਗੇ। ਹੁਣ ਸਾਡੀ ਜਿਹੜੀ ਹੈਗੀਆਂ ਸੀਆਂ ਜਥੇਬੰਦੀਆਂ ਨੂੰ ਇਹਨਾਂ ਅੱਜ 9 ਤਰੀਕ ਦਾ ਟਾਈਮ ਦਿੱਤਾ 11 ਵਜੇ ਦਾ, ਉਹਨਾਂ ਨੇ ਇਹਨਾਂ ਨੂੰ ਨਾ ਕੀਤੀ ਵੀ ਅਸੀਂ ਆਪਦੀ ਮਰਜ਼ੀ ਨਾਲ ਤੁਹਾਡੇ ਨਾਲ ਮੀਟਿੰਗ ਕਰਾਂਗੇ। ਇਹ ਉਹ ਨਾ ਲੁੰਬੜ ਚਾਲਾਂ ਚੱਲਦੇ ਵੇ ਤੇ ਕਿਸਾਨ ਜਥੇਬੰਦੀਆਂ ਹੁਣ ਲੁੰਬੜ ਚਾਲਾਂ 'ਚ ਫਸਣ ਵਾਲੀਆਂ ਨਹੀਂ। 9 ਦੀ ਬਜਾਏ ਹੁਣ 10 ਨੂੰ ਬੁਲਾ ਲਈ ਮੀਟਿੰਗ, ਕੱਲ ਇੱਕ ਹੋਰ ਮੀਟਿੰਗ ਹੋਏਗੀ। ਉਹ ਫਿਰ ਉਹਨਾਂ ਨੇ ਸਾਡਿਆਂ ਨੇ ਆਖਿਆ ਨੇ ਅਸੀਂ ਆਵਾਂਗੇ, ਕੱਲ ਨੂੰ ਆਵਾਂਗੇ, ਅੱਜ ਨਹੀਂ ਆ ਸਕਦੇ। ਤੇ ਹੁਣ ਕੱਲ ਨੂੰ ਜੇ ਨਹੀਂ ਕੁਝ ਕਰਦੇ ਤੇ ਜਥੇਬੰਦੀਆਂ ਸਟੈਪ ਚੱਕਣਗੀਆਂ ਗਾ, ਕੀ ਅਗਾਂ ਕਰਨਾ। ਕੇਂਦਰ ਸਰਕਾਰ ਜੋ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ APMC ਐਕਟ ਨੂੰ ਪਿੱਛੇ ਲੈਣ ਲਈ ਤਿਆਰ ਹੈ। ਇਸ ਤੋਂ ਇਲਾਵਾ ਦੋ ਹੋਰ ਬਿੱਲ ਨੇ, ਜਿਹੜਾ ਬਿਜਲੀ ਸੋਧ ਬਿੱਲ ਆ ਔਰ ਜਿਹੜਾ ਪ੍ਰਦੂਸ਼ਣ ਵਾਲਾ ਬਿੱਲ ਆ, ਉਹਨਾਂ ਨੂੰ ਵੀ ਪਿੱਛੇ ਲੈਣ ਲਈ ਤਿਆਰ ਹੈਗੀ, ਉਹਨਾਂ ਤੋਂ ਪਿੱਛੇ ਹਟਣ ਲਈ ਤਿਆਰ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਦੇ ਇਹਨਾਂ ਫੈਸਲਿਆਂ ਨੂੰ, ਜੇਕਰ ਇਦਾਂ ਦੇ ਫੈਸਲੇ ਆਉਂਦੇ ਨੇ? ਜੇ ਤਾਂ ਜਿਹੜੇ ਸਾਡੇ 3 ਬਿੱਲ ਨੇ ਜਿਹੜਾ ਇਹਨਾਂ ਨੇ ਚੋਰ ਮੋਰੀ ਰਾਹੀਂ ਪਹਿਲੇ ਪਾਸ ਕਿਸਾਨਾਂ ਲਈ ਕੀਤੇ ਨੇ, ਉਹ ਬਿਲਕੁਲ ਖਾਰਜ ਕਰਦੀਆਂ ਨੇ। 2 ਬਿੱਲ ਸਾਡੇ ਇੱਕ ਹੈਗੇ ਨੇ ਜਿਹੜੇ ਪਰਾਲੀ ਵਾਲਾ ਤੇ ਬਿਜਲੀ ਵਾਲਾ, ਖਰਾਬ ਕਰਦੇ, ਇਹਨਾਂ ਨੂੰ ਵਾਪਸ ਕਰਦੀਆਂ ਨੇ ਤੇ ਕਿਸਾਨ ਜਥੇਬੰਦੀਆਂ ਹੈਪੀ ਨੇ। ਦਰਅਸਲ ਕਿਸਾਨ ਵੀ ਖੁਸ਼ ਨੇ। ਤੇ ਜੇ ਪਿੱਛੇ ਇਹ ਨਹੀਂ ਹਟਦੇ ਤੇ ਅਸੀਂ ਵੀ ਪਿੱਛੇ ਹਟਣ ਵਾਲੇ ਨਹੀਂ। ਅਸੀਂ ਜੇ ਖੇਤਾਂ 'ਚ ਮਰ ਸਕਦੇ ਆ, ਫਾਹੇ ਲੈ ਸਕਦੇ ਆ, ਸਪਰੇਆਂ ਖਾ ਸਕਦੇ ਆ, ਤੇ ਇਦੋਂ ਇੱਥੇ ਮਰ ਜਾਾਂਗੇ ਚੰਗਾ। ਅੱਜ ਅਸੀਂ ਅੱਧੀ ਦਿੱਲੀ ਨੂੰ ਰੋਟੀ ਦੇ ਰਹੇ ਆ, ਸਾਡੇ ਲੰਗਰ ਤੁਸੀਂ ਦੇਖਦੇ ਪਏ ਜੇ। ਸਾਡੇ ਇੱਥੇ ਦਿੱਲੀ ਵਾਲੇ ਖਾ ਰਹੇ, ਹਰਿਆਣੇ ਵਾਲੇ ਖਾ ਰਹੇ ਨੇ, ਕੋਈ ਗਰੀਬ ਆ ਰਿਹਾ, ਕੋਈ ਗਰੀਬ ਖਾ ਕੇ ਜਾ ਰਿਹਾ। ਸਾਨੂੰ ਕੋਈ ਉਹਦੇ ਨਾਲ ਵਿਤਕਰਾ ਨਹੀਂ ਕਰਦੇ ਪਏ, ਸਗੋਂ ਅਸੀਂ ਤਾਂ ਦਾਨੀ ਆ ਤੇ ਦਾਨ ਕਰਦੇ ਪਏ, ਪਰ ਆਪਦੇ ਹੱਕ ਲੈ ਕੇ ਜਾਵਾਂਗੇ। ਸੋ ਸਾਫ਼ ਤੌਰ ਤੇ ਹੱਕਾਂ ਦੀ ਗੱਲ ਹੋ ਰਹੀ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਨੇ 10 ਤਰੀਕ ਦੀ ਇੱਕ ਹੋਰ ਮੀਟਿੰਗ ਬੁਲਾ ਲਈ ਹੈ? ਵੀਰ ਜੀ, ਮੀਟਿੰਗਾਂ ਤਾਂ ਬਹੁਤ ਬੁਲਾਈਆਂ ਉਹਨਾਂ ਨੇ, ਪਹਿਲਾਂ ਵੀ ਬੁਲਾਈਆਂ। ਉਹਨਾਂ ਦਾ ਇੱਕ ਆਪਦਾ ਐਵੇਂ ਟਾਈਮ ਟਪਾਉਣ ਵਾਲਾ ਜਿਹੜਾ ਏਜੰਡਾ ਉਹਨਾਂ ਦਾ ਵੀ ਟਾਈਮ ਟਪਾਓ, ਗੱਲਾਂ ਬਾਤਾਂ ਕਰੋ। ਪਰ ਜਿਹੜੀ 10 ਤਰੀਕ ਨੂੰ ਮੀਟਿੰਗ ਹੈ, ਕਿਸਾਨ ਜਥੇਬੰਦੀਆਂ ਜਿਹੜੀ ਆਪਦੀ ਨਵਾਂ ਪੈਂਤੜਾ, ਉਹ 9 ਤਰੀਕ ਨੂੰ ਅੱਜ ਸ਼ਾਇਦ ਮੀਟਿੰਗ ਹੈਗੀ 12 ਵਜੇ ਕਿਸਾਨ ਜਥੇਬੰਦੀ। ਅੱਜ ਦੀ ਮੀਟਿੰਗ ਹੈ ਜੋ ਕੈਂਸਲ ਹੋ ਗਈ ਹੈ, ਕਿਸਾਨ ਅੱਜ ਆਪਣੇ ਲੈਵਲ ਤੇ ਇੱਕ ਮੀਟਿੰਗ ਜ਼ਰੂਰ ਕਰ ਲੈਵਲ ਤੇ ਕਰ ਰਹੇ ਆ ਮੀਟਿੰਗ, ਉਹਨਾਂ ਦੀ ਆਪਦੀ ਇਸੇ ਸੰਬੰਧ ਵਿੱਚ ਹੀ ਮੀਟਿੰਗ ਕਰ ਰਹੇ ਆ ਅੱਜ 12 ਵਜੇ ਤੋਂ ਬਾਅਦ 'ਚ। ਤੇ ਉਹ ਜਿਹੜਾ ਕੱਲ ਦੀ ਜਿਹੜੀ ਮੀਟਿੰਗ ਆ ਉਹ ਉਹਨਾਂ ਨੇ ਆਪਣੀ ਸੈਂਟਰ ਸਰਕਾਰ ਨੇ ਆਪਦੀ ਰੱਖੀ ਹੈ। ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੈਸੇ ਅੱਜ ਸੀਗੀ ਤੇ ਉਹਨੂੰ ਕੱਲ ਉਹਨਾਂ ਨੇ ਕਿ ਵੀ ਉਹਨੂੰ ਨਾ ਪੱਖੀ ਦੱਸਿਆ ਹੈ ਵੀ ਪੂਰਾ ਉਹਨੂੰ ਰਿਜ਼ਲਟ ਨਹੀਂ ਸਹੀ ਦੇ ਰਹੇ। ਜਿਹੜਾ ਕਹਿੰਦੇ ਸੀ ਵੀ ਅਸੀਂ ਵੀ ਤੁਹਾਡੀ ਆਸ ਤੇ ਖਰੇ ਉਤਰਾਂਗੇ, ਪਰ ਹਜੇ ਕੋਈ ਉਹਦੇ ਤੇ ਹੈ ਨਹੀਂਗਾ, ਕਿਉਂਕਿ ਅਸੀਂ ਤਾਂ 6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਾਂ ਜੀ। ਤੇ ਜੇ 2 ਸਾਲ ਵੀ ਲੱਗ ਜਾਣਗੇ ਤਾਂ ਵੀ ਕੋਈ ਚੱਕਰ ਨਹੀਂ ਸਾਨੂੰ, ਅਸੀਂ ਇੱਥੇ ਰਵਾਂਗੇ ਡਟ ਕੇ। ਸਾਫ਼ ਤੌਰ ਤੇ ਗੌਰਵ, ਇਸ ਬਾਰਡਰ ਤੇ ਇੱਕ ਹੋਰ ਬੇਹੱਦ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਕਿ ਇੱਕ ਪਾਸੇ ਜਿੱਥੇ ਪੰਜਾਬ ਖੜਾ ਤਾਂ ਉਹਨਾਂ ਦੇ ਨਾਲ ਹਰਿਆਣਾ ਵੀ ਮੋਢੇ ਨਾਲ ਮੋਢਾ ਲੱਗ ਖੜਾ। ਹਰਿਆਣਾ ਦੇ ਕਿਸਾਨ ਨੇ ਲਗਭਗ ਹਰਿਆਣੇ ਦੀ ਹਰ ਖਾਪ ਦੀ ਪੰਚਾਇਤ ਹੈ ਜਿਹੜੀ ਉਹ ਇੱਥੇ ਬਾਰਡਰਾਂ ਤੇ ਪਹੁੰਚ ਚੁੱਕੀ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਜਿਹੜਾ ਇੱਕ ਤੋਂ ਬਾਅਦ ਇੱਕ ਮੀਟਿੰਗ ਕਰਨ ਜਾ ਰਿਹਾ? ਕੱਲ ਦੀ ਇੱਕ ਹੋਰ ਕੇਂਦਰ ਨੇ ਮੀਟਿੰਗ ਕਿਸਾਨਾਂ ਨਾਲ ਬੁਲਾ ਲਈ ਹੈ। ये केंद्र है नहीं, ये शेख चिल्ली, ये झूठ का ऊपर झूठ बोल रहा है, लारा दे रहा है, बका रहा है जनता को। हरियाणा, पंजाब, यूपी, बिहार सारा पट जाए, पटने का कोई रास्ता ही नहीं है। जितना भी लंबा ले जाएगा इतना हरियाणा पंजाब एक होगा, जितनी भी लंबी खींचेगा इतना हरियाणा पंजाब एक होगा। क्या लगता है कि जो मीटिंग एक के बाद एक मीटिंग हो रही है, मीटिंगों के जरिए इस बात का सोल्यूशन निकल सकता है? नहीं निकलेगा तो मीटिंग के जरिए, लेकिन निकालेगा ये परेशान करने की सोच रहे हैं। किसान परेशान होकर उठ जाएगा। किसान उठने के लिए नहीं आया, किसानियाँ मारने और मिटने के लिए आया है। हरियाणा और पंजाब एक साथ खड़े हैं, बहुत लंबे समय बाद एक साथ दोनों आए हैं, बड़े भाई छोटे भाई कहा जाता है, इस चीज़ को कैसे दिख रहे हो? ये राजनीतिक दल हैं जो हरियाणा पंजाब अलग अलग बांटते हैं, लेकिन हरियाणा पंजाब भाई भाई सरकार के ऊपर करी चढ़ाई, ये हमारा नारा है। साफ तौर पर हरियाणा पंजाब देखता है नौजवान केंद्र सरकार बैकफुट ਤੇ ਨਜ਼ਰ ਆ ਰਹੀ ਹੈ। ਕੱਲ ਦੀ ਫੇਰ ਮੀਟਿੰਗ ਬੁਲਾ ਲਈ ਹੈ। ਕੇਂਦਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਜਿਹੜੇ ਬਿੱਲ ਨੇ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹੈ ਲਗਭਗ, ਔਰ ਬਿੱਲਾਂ ਦੀ ਸੋਧ ਕਰਨ ਦੇ ਵੀ ਤਿਆਰ ਹੈ। ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਜੇ ਵਾਪਸ ਰੋਹਿਤ, ਲੈਣ ਮੈਂ ਨੂੰ ਤਿਆਰ ਤੁਹਾਡੇ ਕੋਲ ਹੁੰਦੀ ਵਾਪਸ ਆ ਰਿਹਾ, ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਰੋਹਿਤ। ਇਸ ਸਮੇਂ ਵੱਡੀ ਖਬਰ ਹੈ, ਸਾਨੂੰ ਦੱਸਣੀ ਹੋਏਗੀ ਆਪਣੇ ਦਰਸ਼ਕਾਂ ਨੂੰ। ਵੱਡੀ ਖਬਰ ਹੈ, ਖੇਤੀ ਕਾਨੂੰਨ ਦੇ ਉੱਤੇ ਕੇਂਦਰ ਦੇ ਵੱਲੋਂ ਜਿਹੜਾ ਪ੍ਰਸਤਾਵ ਹੈ
ਉਹ ਬਿਲਕੁਲ ਤਿਆਰ ਕਰ ਲਿਆ ਗਿਆ। ਇਸ ਸਮੇਂ ਦੀ ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਮੈਂ ਰੋਹਿਤ ਤੁਹਾਡੇ ਕੋਲ ਵਾਪਸ ਆਵਾਂਗਾ, ਪਰ ਦਰਸ਼ਕਾਂ ਤੱਕ ਇਹ ਜਾਣਕਾਰੀ ਇਸ ਸਮੇਂ ਪਹੁੰਚਣੀ ਬਹੁਤ ਜ਼ਰੂਰੀ ਹੈ। ਜਿਸ ਪ੍ਰਪੋਜ਼ਲ ਦਾ ਇੰਤਜ਼ਾਰ ਕੀਤਾ ਜਾ ਰਿਹਾ, ਪ੍ਰਪੋਜ਼ਲ ਕੇਂਦਰ ਦੇ ਵੱਲੋਂ ਤਿਆਰ ਕਰ ਲਿਆ ਗਿਆ ਹੈ ਤੇ ਉਸ ਪ੍ਰਪੋਜ਼ਲ ਨੂੰ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਤੱਕ ਪਹੁੰਚਾਇਆ ਜਾਏਗਾ। ਉਸ ਤੋਂ ਬਾਅਦ ਕਿਸਾਨਾਂ ਤੱਕ ਪਹੁੰਚੇਗਾ। ਵੱਡੀ ਖਬਰ ਹੈ ਇਸ ਸਮੇਂ ਦੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕੇਂਦਰ ਸਰਕਾਰ ਦੇ ਲਿਖਤ ਪ੍ਰਸਤਾਵ ਦੇ ਵਿੱਚ 5 ਵੱਡੀਆਂ ਗੱਲਾਂ ਨੇ। ਲਿਖਤੀ ਤੌਰ ਦੇ ਉੱਤੇ ਪ੍ਰਸਤਾਵ, ਬਿੰਦੂਵਾਰ ਪ੍ਰਸਤਾਵ ਕਿ ਕਿਹੜੇ-ਕਿਹੜੇ ਬਿੰਦੂ ਇਸ ਦੇ ਵਿੱਚ ਰੱਖੇ ਗਏ ਨੇ, ਉਹ ਪ੍ਰਸਤਾਵ ਬਿਲਕੁਲ ਤਿਆਰ ਹੋ ਚੁੱਕਿਆ ਹੈ। ਤਾਂ MSP ਖਤਮ ਨਹੀਂ ਹੋਵੇਗੀ, ਪਹਿਲਾਂ ਦੀ ਤਰ੍ਹਾਂ ਖਰੀਦ ਰਹੇਗੀ। ਜਿਹੜੇ ਪ੍ਰਸਤਾਵ ਨੇ 5 ਅਹਿਮ, ਉਸ ਦੇ ਵਿੱਚ ਜਿਹੜੇ ਜ਼ਿਕਰ ਕੀਤੇ ਗਏ ਨੇ, ਮੈਂ ਇੱਕ ਇੱਕ ਕਰਕੇ ਦੱਸ ਰਿਹਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਵੱਡੀ ਖਬਰ ਹੈ, ਇਹ ਇਸ ਕਰਕੇ ਵੱਡੀ ਹੈ ਕਿਉਂਕਿ ਹੁਣ ਅੰਦੋਲਨ ਉਸ ਪੜਾਅ ਦੇ ਉੱਤੇ ਹੈ ਜਿੱਥੇ ਗੱਲਬਾਤ ਦੇ ਜ਼ਰੀਏ ਲੱਗ ਰਿਹਾ ਕਿ ਜਲਦੀ ਮਸਲੇ ਦਾ ਹੱਲ ਹੋ ਸਕਦਾ ਹੈ। ਤਾਂ MSP ਖਤਮ ਨਹੀਂ ਹੋਵੇਗੀ, ਪਹਿਲਾਂ ਦੀ ਤਰ੍ਹਾਂ ਖਰੀਦ ਹੋਵੇਗੀ। ਮੰਡੀ ਕਾਨੂੰਨ APMC ਦੇ ਵਿੱਚ ਵੱਡਾ ਬਦਲਾਅ ਕਰੇਗੀ ਸਰਕਾਰ। ਨਿੱਜੀ ਕੰਪਨੀਆਂ ਦੇ ਉੱਤੇ ਟੈਕਸ ਲੱਗੇਗਾ, ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ। ਕੰਟਰੈਕਟ ਫਾਰਮਿੰਗ ਦੇ ਵਿੱਚ ਕੋਰਟ ਜਾਣ ਦਾ ਅਧਿਕਾਰ ਮਿਲੇਗਾ। ਵੱਖ ਫਾਸਟ ਟਰੈਕ ਕੋਰਟ ਦੇ ਗਠਨ ਨੂੰ ਵੀ ਮਨਜ਼ੂਰੀ ਮਿਲੇਗੀ। ਖੇਤੀ ਮੰਤਰੀ ਦੇ ਵੱਲੋਂ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਅਮਿਤ ਸ਼ਾਹ ਨੂੰ ਭੇਜਿਆ ਗਿਆ ਪ੍ਰਸਤਾਵ, ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਨਜ਼ੂਰੀ ਤੋਂ ਬਾਅਦ ਕਿਸਾਨਾਂ ਨੂੰ ਭੇਜਿਆ ਜਾਵੇਗਾ। ਤਾਂ ਇਸ ਸਮੇਂ ਇਸ ਪ੍ਰਸਤਾਵ ਦੇ ਵਿੱਚ ਵੱਡੀਆਂ ਗੱਲਾਂ ਕੀ ਨੇ, ਜਿਹੜੀ ਗੱਲ ਦੇ ਉੱਤੇ ਖਰਚਾ ਕਿਸਾਨਾਂ ਨੂੰ, ਉਹ ਖਰਚਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਇਸ ਪ੍ਰਸਤਾਵ ਦੇ ਜ਼ਰੀਏ ਕੀਤੀ ਜਾ ਰਹੀ ਹੈ। ਤਾਂ ਤੁਹਾਨੂੰ ਦੱਸਦੇ ਹਾਂ ਇਸ ਸਮੇਂ ਇਸ ਪ੍ਰਸਤਾਵ ਦੇ ਵਿੱਚ ਪੁਆਇੰਟ ਨੰਬਰ 1 MSP ਨੂੰ ਲੈ ਕੇ ਖਰਚਾ। ਤਾਂ MSP ਨੂੰ ਲੈ ਕੇ ਖਰਚੇ ਦੇ ਉੱਤੇ ਸਰਕਾਰ ਕਹਿ ਰਹੀ ਹੈ ਕਿ MSP ਜਾਰੀ ਰਹੇਗੀ ਤੇ ਖਰੀਦ ਵੀ ਜਾਰੀ ਰਹੇਗੀ। ਇਹ ਦੋਵੇਂ ਗੱਲਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਖਰਚੇ ਜਤਾਏ ਜਾ ਰਹੇ ਸੀ। ਉਸ ਤੋਂ ਬਾਅਦ ਦੂਜੀ ਅਹਿਮ ਜਿਹੜਾ ਇਸ ਦੇ ਵਿੱਚ ਪ੍ਰਪੋਜ਼ਲ ਹੈ ਕਿ ਮੰਡੀ ਕਾਨੂੰਨ APMC ਦੇ ਵਿੱਚ ਵੀ ਸਰਕਾਰ ਵੱਡਾ ਬਦਲਾਅ ਕਰੇਗੀ। ਉਸ ਤੋਂ ਬਾਅਦ ਨਿੱਜੀ ਕੰਪਨੀਆਂ ਦੇ ਉੱਤੇ ਟੈਕਸ ਲੱਗੇਗਾ, ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ। ਇਹ ਵੀ ਵੱਡੀ ਖਬਰ ਹੈ ਕਿ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਡਾਇਰੈਕਟਲੀ ਜਿਸ ਦੇ ਕੋਲ ਪੈਨ ਕਾਰਡ ਹੈ, ਆਧਾਰ ਕਾਰਡ ਹੈ, ਉਹ ਜਾ ਕੇ ਗੱਲਬਾਤ ਕਰ ਸਕਦਾ ਹੈ ਜਾਂ ਫਿਰ ਕਿਸਾਨਾਂ ਤੋਂ ਜਿਹੜੀ ਆ ਫਸਲ ਖਰੀਦ ਸਕਦਾ ਹੈ। ਇਸ ਦੇ ਨਾਲ ਹੀ ਕੰਟਰੈਕਟ ਫਾਰਮਿੰਗ ਦੇ ਵਿੱਚ ਪਹਿਲਾਂ ਸਿਰਫ DC ਤੱਕ ਪਹੁੰਚ ਕਰਨ ਦਾ ਜ਼ਿਕਰ ਸੀ, ਹੁਣ ਕੋਰਟ ਜਾਣ ਦਾ ਵੀ ਜ਼ਿਕਰ ਹੈ। ਫਾਸਟ ਟਰੈਕ ਕੋਰਟ ਬਣਾਉਣ ਨੂੰ ਵੀ ਮਨਜ਼ੂਰੀ ਇਸ ਪ੍ਰਸਤਾਵ ਦੇ ਵਿੱਚ ਦਿੱਤੀ ਜਾਏਗੀ, ਇਹ ਵੀ ਜ਼ਿਕਰ ਹੋ ਸਕਦਾ ਹੈ। ਹੋਰ ਜਾਣਕਾਰੀ ਦੇ ਲਈ ਸਿੱਧਾ ਰੁਕ ਕਰਦੇ ਹਾਂ ਪੰਕਜ ਕਪਾਹੀ ਮੇਰੇ ਸਹਿਯੋਗੀ ਨੇ। ਪੰਕਜ, ਬਹੁਤ ਵੱਡੀ ਖਬਰ ਇਸ ਸਮੇਂ ਇਸ ਪੂਰੇ ਅੰਦੋਲਨ ਦੇ ਨਾਲ ਜੁੜੀ ਹੋਈ। 5 ਪ੍ਰਸਤਾਵ ਜਿਹੜਾ ਪੂਰਾ ਪ੍ਰਪੋਜ਼ਲ ਹੈ ਤਿਆਰ ਹੋ ਚੁੱਕਿਆ। ਕੀ ਕੁਝ ਖਾਸ ਬਿੰਦੂਵਾਰ ਤੁਹਾਡੇ ਤੋਂ ਸਮਝਣਾ ਚਾਹਾਂਗੇ ਪੰਕਜ? ਬਿਲਕੁਲ ਗੌਰਵ, ਸੋਰਸਸ ਹੋਏਗੀ। ਇਹ ਵੱਡੀ ਜਾਣਕਾਰੀ MSP ਨੂੰ ਲੈ ਕੇ ਲਗਾਤਾਰ ਚਰਚਾ ਸੀਗਾ ਕਿ ਪੰਜਾਬ ਵਿੱਚ ਜੋ ਕਣਕ ਹੈ, ਪੰਜਾਬ ਦੇ ਵਿੱਚ ਜੋ ਝੋਨਾ ਹੈ, ਉਸ ਨੂੰ ਖਤਮ ਕੀਤਾ ਜਾਏਗਾ ਤਾਂ ਇੱਕ ਨਵਾਂ ਕਾਨੂੰਨ ਸਰਕਾਰ ਲੈ ਕੇ ਆ ਸਕਦੀ ਹੈ। ਇਹ ਪ੍ਰਸਤਾਵ ਜਿਹੜਾ ਉਹ ਦਿੱਤਾ ਗਿਆ ਹੈ ਔਰ ਨਾਲ ਹੀ ਨਾਲ ਜਾਣਕਾਰੀ ਵੀ ਮਿਲ ਰਹੀ ਹੈ ਕਿ ਮੰਡੀ ਕਾਨੂੰਨ ਨੂੰ ਲੈ ਕੇ APMC ਵਿੱਚ ਬਦਲਾਅ ਕੀਤਾ ਜਾਏਗਾ। ਜੋ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਪ੍ਰਾਈਵੇਟ ਮੰਡੀਆਂ ਆਉਣ ਦੇ ਨਾਲ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ ਔਰ ਬਕਾਇਦਾ ਤੌਰ ਤੇ ਆੜਤ ਖਤਮ ਹੋ ਜਾਏਗੀ ਔਰ ਇਸੇ ਵਜ੍ਹਾ ਕਰਕੇ ਵੀ ਗੱਲ ਜਿਹੜੀ ਹੈ ਇਸ ਪ੍ਰਸਤਾਵ ਦੇ ਵਿੱਚ ਲਿਖੀ ਗਈ ਹੈ ਔਰ ਇਸ ਦੇ ਨਾਲ ਪ੍ਰਾਈਵੇਟ ਪਲੇਅਰ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਏਗਾ। ਬਿਨਾਂ ਰਜਿਸਟ੍ਰੇਸ਼ਨ ਤੋਂ ਪ੍ਰਾਈਵੇਟ ਕੋਈ ਵੀ ਪਲੇਅਰ ਜਿਹੜਾ ਹੈ ਯਾਨੀ ਕਿ ਕੋਈ ਵੀ ਕਾਰਪੋਰੇਟ ਘਰਾਣਾ ਜਿਹੜਾ ਹੈ ਉਹ ਐਂਟਰ ਨਹੀਂ ਕਰ ਸਕੇਗਾ। ਇਹ ਵੀ ਸੋਰਸਿਸ ਤੋਂ ਜਾਣਕਾਰੀ ਮਿਲੀ ਹੈ ਕਿ ਇਸ ਪ੍ਰਸਤਾਵ ਦੇ ਵਿੱਚ ਰੱਖਿਆ ਗਿਆ ਹੈ ਪ੍ਰਾਈਵੇਟ ਪਲੇਅਰ ਯਾਨੀ ਕਿ ਕਾਰਪੋਰੇਟ ਘਰਾਣਿਆਂ ਦੇ ਉੱਤੇ ਟੈਕਸ ਲਗਾਇਆ ਜਾਏਗਾ। ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਜਦੋਂ ਪ੍ਰਾਈਵੇਟ ਪਲੇਅਰ ਆ ਜਾਣਗੇ ਤਾਂ ਮੰਡੀ ਦੇ ਵਿੱਚ ਟੈਕਸ ਨਹੀਂ ਦੇਣਗੇ ਔਰ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ। ਤਾਂ ਇਸ ਕਰਕੇ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਾਈਵੇਟ ਪਲੇਅਰ ਯਾਨੀ ਕਿ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਲਗਾਉਣ ਤੇ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਗਈ ਹੈ। ਵੀ ਸੋਰਸਿਸ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਔਰ ਗੌਰਵ ਇਸ ਪ੍ਰਸਤਾਵ ਦੇ ਵਿੱਚ ਇੱਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਜੋ ਕਿਹਾ ਜਾ ਰਿਹਾ ਸੀਗਾ ਕਿ ਕਿਸਾਨ ਜਿਹੜੇ ਨੇ ਉਹ SDM ਤੱਕ ਹੀ ਪਹੁੰਚ ਕਰ ਸਕਣਗੇ, ਇਸ ਤੋਂ ਅੱਗੇ ਨਹੀਂ ਜਾ ਸਕਣਗੇ। ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣੇ ਕਬਜ਼ੇ ਕਰ ਲੈਣਗੇ। ਤਾਂ ਜਾਣਕਾਰੀ ਇਹ ਮਿਲ ਰਹੀ ਕਿ ਕੋਰਟ ਤੱਕ ਕਿਸਾਨ ਜਿਹੜੇ ਨੇ ਉਹ ਜਾ ਸਕਣਗੇ। ਇਹ ਵੀ ਸੋਰਸਿਸ ਦੇ ਹਵਾਲੇ ਤੋਂ ਇਸ ਪ੍ਰਸਤਾਵ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਔਰ ਇਸ ਦੇ ਨਾਲ ਇੱਕ ਵੱਖਰੇ ਤੌਰ ਤੇ ਫਾਸਟ ਟਰੈਕ ਬਣਾਈ ਜਾਏਗੀ ਕਿਉਂਕਿ ਬਹੁਤ ਸਾਰੇ ਅਸੀਂ ਕੇਸ ਦੇਖੇ ਨੇ ਜ਼ਮੀਨਾਂ ਨੂੰ ਲੈ ਕੇ ਕੋਰਟ ਦੇ ਵਿੱਚ 15 20 25 ਸਾਲ ਚੱਲਦੇ ਨੇ। ਤਾਂ ਇਸ ਕਰਕੇ ਵੀ ਕਿਹਾ ਜਾ ਰਿਹਾ ਕਿ ਪਾਸਪੋਰਟ ਵੀ ਬਕਾਇਦਾ ਤੌਰ ਤੇ ਫਾਸਟ ਟਰੈਕ ਕੋਰਟ ਜਿਹੜੀ ਹੈ ਉਹ ਵੀ ਬਣਾਈ ਜਾਏਗੀ। ਗੌਰਵ, ਇਹ ਪ੍ਰਸਤਾਵ ਜਿਹੜਾ ਹੈ ਸਰਕਾਰ ਨੇ ਬਣਾ ਲਿਆ ਔਰ ਇਹ ਪ੍ਰਸਤਾਵ ਕਿਸਾਨਾਂ ਨੂੰ ਭੇਜਿਆ ਜਾ ਰਿਹਾ ਹੈ। ਅੱਜ ਕਿਸਾਨਾਂ ਦੀ ਆਪਸ ਦੇ ਵਿੱਚ ਮੀਟਿੰਗ ਜਿਹੜੀ ਹੈ ਥੋੜੀ ਦੇਰ 'ਚ ਸ਼ੁਰੂ ਹੋ ਰਹੀ ਹੈ ਤਾਂ ਉਸ ਦੇ ਵਿੱਚ ਵੀ ਇਹ ਪ੍ਰਸਤਾਵ ਜਿਹੜਾ ਪਹੁੰਚ ਜਾਏਗਾ ਔਰ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਇਸ ਪ੍ਰਸਤਾਵ ਨੂੰ ਦੇਖਦੀਆਂ ਨੇ। ਇਹ 5 ਅਹਿਮ ਗੱਲਾਂ ਇਸ ਪ੍ਰਸਤਾਵ ਦੇ ਵਿੱਚ ਰੱਖੀਆਂ ਹੋਈਆਂ ਨੇ ਕਿਉਂਕਿ ਕੱਲ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਸਰਕਾਰ
ਸਰਕਾਰ ਵੱਲੋਂ ਇਹ ਪ੍ਰਪੋਜ਼ਲ ਜਿਹੜਾ ਵਾ ਉਹ ਭੇਜਿਆ ਜਾ ਰਿਹਾ ਗੌਰਵ। ਪੰਕਜ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ ਕਿਉਂਕਿ ਕੇਂਦਰੀ ਕੈਬਨਿਟ ਦੀ ਇਸ ਸਮੇਂ ਮੀਟਿੰਗ ਜਾਰੀ ਹੈ। ਸਾਡੇ ਕੋਲ ਲਗਾਤਾਰ ਇਨਫੋਰਮੇਸ਼ਨ ਆ ਰਹੀ ਹੈ ਕਿ ਉਹ ਮੀਟਿੰਗ ਜਾਰੀ ਹੈ ਕਿ ਇਹ ਪ੍ਰਸਤਾਵ ਉਸ ਮੀਟਿੰਗ ਦੇ ਵਿੱਚ ਰੱਖਿਆ ਜਾਣਾ ਹੈ ਕਿ ਉਸ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਮੋਹਰ ਲੱਗ ਸਕਦੀ ਹੈ ਕਿ ਠੀਕ ਹੈ ਇਹ ਪ੍ਰਸਤਾਵ ਤੁਸੀਂ ਕਿਸਾਨਾਂ ਦੇ ਕੋਲ ਭੇਜ ਦਿਓ। ਗੌਰਵ ਉਹ ਬਕਾਇਦਾ ਤੌਰ ਤੇ ਕੈਬਨਿਟ ਦੇ ਵਿੱਚ ਇਸ ਨੂੰ ਲੈ ਕੇ ਨਹੀਂ ਲਿਜਾਇਆ ਜਾਏਗਾ ਜਦੋਂ ਤੱਕ ਕਿਸਾਨ ਜਥੇਬੰਦੀਆਂ ਇਸ ਤੇ ਮਨਜ਼ੂਰੀ ਨਹੀਂ ਦਿੰਦੀਆਂ। ਇਹ ਖੇਤੀਬਾੜੀ ਮੰਤਰੀ ਵੱਲੋਂ ਪ੍ਰਸਤਾਵ ਜਿਹੜਾ ਉਹ ਰੱਖਿਆ ਗਿਆ। ਖੇਤੀਬਾੜੀ ਮੰਤਰੀ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ, ਅਮਿਤ ਸ਼ਾਹ ਨੂੰ ਇਸ ਮੁਤਲਕ ਜਾਣਕਾਰੀ ਦਿੱਤੀ ਗਈ ਹੈ ਔਰ ਇਹ 5 ਬਿੰਦੂ ਕਿਉਂਕਿ ਕਿਸਾਨਾਂ ਨੇ ਖਦਸ਼ੇ ਜਤਾਏ ਸੀ। ਕਿਸਾਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕਾਨੂੰਨ ਦੇ ਵਿੱਚ ਕਮੀਆਂ ਕੀ ਨੇ ਇਹ ਦੱਸੋ, ਕਾਨੂੰਨ ਦੇ ਵਿੱਚ ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਉਹ ਦੱਸੋ। ਔਰ ਲਗਾਤਾਰ ਸਰਕਾਰ ਇਹ ਕਹਿ ਰਹੀ ਕਿ ਤਿੰਨੇ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ, ਲੇਕਿਨ ਜੋ ਕਮੀਆਂ ਤੁਸੀਂ ਦੱਸ ਰਹੇ ਹੋ, ਜੋ ਖਾਮੀਆਂ ਤੁਸੀਂ ਦੱਸ ਰਹੇ ਹੋ ਉਹਨਾਂ ਨੂੰ ਦੂਰ ਕੀਤਾ ਜਾਏਗਾ। ਔਰ ਕਿਸਾਨ ਜਥੇਬੰਦੀਆਂ ਨੇ ਜੋ ਖਾਮੀਆਂ ਦੱਸੀਆਂ ਸੀ, MSP ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੀ ਖੇਤੀ ਉੱਤਰ ਪ੍ਰਦੇਸ਼ ਬਿਹਾਰ ਵਰਗੀ ਹੋ ਜਾਏਗੀ। ਪੰਜਾਬ ਦੇ ਵਿੱਚ 1800-1900 ਰੁਪਏ ਫਸਲ ਦਾ ਰੇਟ ਹੈ, ਉਹੀ ਰੇਟ ਬਿਹਾਰ ਉੱਤਰ ਪ੍ਰਦੇਸ਼ ਦੇ ਵਿੱਚ 800-900 ਰੁਪਏ ਹੈ ਕਿਉਂਕਿ ਉੱਥੇ ਪ੍ਰਾਈਵੇਟ ਘਰਾਣੇ ਜਿਹੜੇ ਨੇ ਉਹ ਐਂਟਰ ਕਰ ਚੁੱਕੇ ਨੇ। ਤਾਂ ਸਰਕਾਰ ਨੇ ਜ਼ਿਕਰ ਕੀਤਾ ਹੈ ਕਿ MSP ਰਹੇਗੀ, ਇਸ ਨੂੰ ਲੈ ਕੇ ਕਾਨੂੰਨ ਲਿਆਂਦਾ ਜਾਏਗਾ। ਕੰਟਰੈਕਟ ਫਾਰਮਿੰਗ ਦਾ ਜ਼ਿਕਰ ਕੀਤਾ ਸੀ ਕਿ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਬਕਾਇਦਾ ਤੌਰ ਤੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਨੁਕਸਾਨ ਹੋਏਗਾ। ਕਿਸਾਨ ਜਿਹੜੇ ਨੇ SDM ਤੱਕ ਹੀ ਪਹੁੰਚ ਕਰਨਗੇ, ਇਸ ਦਾ ਜ਼ਮੀਨਾਂ ਜਿਹੜੀਆਂ ਨੇ ਪ੍ਰਾਈਵੇਟ ਘਰਾਣੇ ਕਬਜ਼ਾ ਕਰ ਲੈਣਗੇ। ਤਾਂ ਇਸ ਦਾ ਜ਼ਿਕਰ ਵੀ ਕੀਤਾ ਹੈ ਕਿ ਫਾਸਟ ਟਰੈਕ ਕੋਰਟ ਬਣਾਈ ਜਾਏਗੀ ਕਿ ਸਰਕਾਰ ਦਾ ਇਹ ਦਾਅਵਾ ਹੈ ਕਿ ਕਿਸਾਨਾਂ ਦੇ ਨਾਲ ਹੈ ਔਰ ਇਸ ਕਰਕੇ ਸਿਰਫ ਕੋਰਟ ਹੀ ਨਹੀਂ ਬਲਕਿ ਫਾਸਟ ਟਰੈਕ ਕੋਰਟ ਤੱਕ ਵੀ ਕਿਸਾਨ ਜਾ ਸਕਣਗੇ। ਇਹ ਪ੍ਰਸਤਾਵ ਦੇ ਵਿੱਚ ਅਹਿਮ ਬਿੰਦੂ ਜਿਹੜਾ ਉਹ ਰੱਖਿਆ ਗਿਆ ਗੌਰਵ। ਪੰਕਜ ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਜਿਹੜੇ 5 ਬਿੰਦੂਆਂ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਜਿਹੜਾ ਕਿਸਾਨਾਂ ਨੂੰ ਪ੍ਰਪੋਜ਼ਲ ਭੇਜਿਆ ਜਾਣਾ ਜੋ ਇਸ ਸਮੇਂ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ, ਕਿ ਇਹ 5 ਪੁਆਇੰਟਸ ਦੇ ਉੱਤੇ ਹੀ ਰੇੜਕ ਹੈ ਜਾਂ ਇਸ ਤੋਂ ਇਲਾਵਾ ਵੀ ਕਿਸਾਨ ਜਥੇਬੰਦੀਆਂ ਨੇ ਕੋਈ ਖਦਸ਼ੇ ਜਤਾਏ ਸੀ ਜਿਨ੍ਹਾਂ ਦੇ ਉੱਤੇ ਗੌਰ ਨਹੀਂ ਅਜੇ ਤੱਕ ਕੀਤੀ ਗਈ ਕੇਂਦਰ ਦੇ ਵੱਲੋਂ ਜਾਂ ਜਿਨ੍ਹਾਂ ਦੇ ਉੱਤੇ ਅਜੇ ਆਉਣ ਵਾਲੇ ਟਾਈਮ 'ਚ ਕੀਤੀ ਜਾ ਸਕਦੀ ਹੈ ਗੌਰ, ਜਾਂ ਇਹ 5 ਅਹਿਮ ਪੁਆਇੰਟਸ ਹੀ ਨੇ ਜਿਨ੍ਹਾਂ ਦੇ ਉੱਤੇ ਇਸ ਸਮੇਂ ਕਿਸਾਨ ਇਤਰਾਜ਼ ਜਤਾ ਰਹੇ ਨੇ? ਗੌਰਵ ਇਹ 3 ਕਾਨੂੰਨਾਂ ਨੂੰ ਲੈ ਕੇ ਇਹ 5 ਪੁਆਇੰਟ ਨੇ। ਇਸ ਤੋਂ ਇਲਾਵਾ ਹੋਰ ਮੰਗਾਂ ਨੇ ਕਿ ਲਿਖਤੀ ਤੌਰ ਤੇ ਜਿਹੜੇ ਪਰਚੇ ਦਰਜ ਹੋਏ ਨੇ ਕਿਸਾਨਾਂ ਦੇ ਉੱਤੇ, ਚਾਹੇ ਪਰਾਲੀ ਨੂੰ ਲੈ ਕੇ ਹੋਵੇ, ਚਾਹੇ ਬੁੱਧੀਜੀਵੀਆਂ ਦੇ ਹੋਵੇ, ਚਾਹੇ ਰਾਈਟਰ ਨੂੰ ਲੈ ਕੇ ਹੋਵੇ, ਉਸ ਗੱਲ ਨੂੰ ਲੈ ਕੇ ਸਰਕਾਰ ਤਿਆਰ ਹੈ। ਉਸ ਗੱਲ ਨੂੰ ਰੇਟ ਕਰ ਕਿਉਂਕਿ 8 ਮੰਗਾਂ ਰੱਖੀਆਂ ਗਈਆਂ ਸੀ ਜਿਸ ਵਿੱਚ 3 ਕਾਨੂੰਨ ਸੀਗੇ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਉਸ ਤੋਂ ਇਲਾਵਾ 5 ਮੰਗਾਂ ਸੀਗੀਆਂ। ਇੱਕ ਤਾਂ ਬੁੱਧੀਜੀਵੀਆਂ ਦੇ ਪਰਚੇ ਰੱਦ ਕੀਤੇ ਜਾਣ, ਇਲੈਕਟ੍ਰਿਸਿਟੀ 2020 ਜੋ ਸਰਕਾਰ ਲੈ ਕੇ ਆ ਰਹੀ ਹੈ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸਬਸਿਡੀ ਖਤਮ ਕੀਤੀ ਜਾਏਗੀ, ਉਸ ਨੂੰ ਲੈ ਕੇ ਵੀ ਸਰਕਾਰ ਤਿਆਰ ਹੈ ਕਿ ਉਹ ਵੀ ਸ਼ਰਤ ਮੰਨ ਲਈ ਹੈ। ਸਿੱਖ ਬੁੱਧੀਜੀਵੀਆਂ ਔਰ ਰਾਈਟਰ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ ਜਾਂ ਪਰਾਲੀ ਨੂੰ ਲੈ ਕੇ ਪਰਚੇ ਦਰਜ ਕਿਸਾਨਾਂ ਦੇ ਹੋਏ ਨੇ ਉਹ ਵੀ ਗੱਲ ਮੰਨ ਲਈ ਸਰਕਾਰ ਵੱਲੋਂ। ਇਹ ਸਰਕਾਰ ਦਾ ਦਾਅਵਾ ਹੈ। ਤਾਂ ਇਸ ਦੇ ਨਾਲ ਨਾਲ ਇਹ ਵੀ ਇੱਕ ਅਹਿਮ ਮੰਗ ਸੀਗੀ ਕਿ ਬਕਾਇਦਾ ਤੌਰ ਦੇ ਉੱਤੇ ਜੋ ਪਰਾਲੀ ਨੂੰ ਲੈ ਕੇ ਕਿਹਾ ਗਿਆ ਕਿ ਪਰਾਲੀ ਨੂੰ ਲੈ ਕੇ 1 ਕਰੋੜ ਤੱਕ ਦਾ ਜੁਰਮਾਨਾ ਹੋਏਗਾ, ਉਹ ਵੀ ਸਰਕਾਰ ਨੇ ਕਿਹਾ ਕਿ ਉਸ ਦੇ ਵਿੱਚ ਵੀ ਸੋਧ ਕੀਤਾ ਜਾਏਗਾ। ਲੇਕਿਨ ਪਹਿਲੀਆਂ ਜਿਹੜੀਆਂ 3 ਅਹਿਮ ਮੰਗਾਂ ਨੇ, ਪਹਿਲੀਆਂ 3 ਅਹਿਮ ਮੰਗਾਂ ਇਹ ਨੇ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਇਹ ਇੱਕ ਵੱਡੀ ਮੰਗ ਹੈ ਔਰ ਉਹਨਾਂ ਦੇ ਵਿੱਚ ਜੋ ਖਾਮੀਆਂ ਸੀਗੀਆਂ, ਉਸ ਦੇ ਵਿੱਚ ਜੋ ਕਮੀਆਂ ਸੀਗੀਆਂ, ਇਹ 5 ਅਹਿਮ ਮੁੱਦਿਆਂ ਨੂੰ ਲੈ ਕੇ ਖਾਮੀਆਂ ਸੀਗੀਆਂ ਔਰ ਇਹ 5 ਮੁੱਦਿਆਂ ਨੂੰ ਲੈ ਕੇ ਸਰਕਾਰ ਸੰਸ਼ੋਧਨ ਕਰਨ ਨੂੰ ਤਿਆਰ ਹੈ। ਲੇਕਿਨ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਹੁਣ ਸੰਸ਼ੋਧਨ ਦਾ ਸਮਾਂ ਚਲਾ ਗਿਆ। 3 ਮਹੀਨੇ ਪਹਿਲਾਂ ਅਸੀਂ ਇਹ ਸਾਰੀਆਂ ਗੱਲਾਂ ਕਰਨ ਨੂੰ ਤਿਆਰ ਸੀਗੇ ਸੰਸ਼ੋਧਨ ਨੂੰ ਲੈ ਕੇ, ਕਾਨੂੰਨਾਂ ਨੂੰ ਲੈ ਕੇ, ਲੇਕਿਨ ਹੁਣ ਕਾਨੂੰਨ ਰੱਦ ਕਰੋ, ਇਸ ਤੋਂ ਘੱਟ ਸਾਨੂੰ ਕੁਝ ਮਨਜ਼ੂਰ ਨਹੀਂ ਹੈ। ਇਹ ਪ੍ਰਪੋਜ਼ਲ ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਕੋਲ ਜਾਏਗਾ, ਥੋੜੀ ਦੇਰ 'ਚ ਪਹੁੰਚੇਗਾ ਔਰ ਉਸ ਤੋਂ ਬਾਅਦ ਜਥੇਬੰਦੀਆਂ ਨੇ ਤੈਅ ਕਰਨਾ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਜਾਏਗੀ। ਕੱਲ 11 ਵਜੇ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਹੋਣੀ ਹੈ ਔਰ ਉਸ ਦੇ ਵਿੱਚ ਇਹ ਫੈਸਲਾ ਲਿੱਤਾ ਜਾਏਗਾ ਕਿ ਕਿਸ ਤਰੀਕੇ ਨਾਲ ਰੂਪਰੇਖਾ ਰਹੇਗੀ। ਕਿਉਂਕਿ ਕਿਸਾਨ ਤਾਂ ਇਹ ਕਹਿ ਰਹੇ ਨੇ ਕਿ ਯੈਸ ਔਰ ਨੋ, ਕਾਨੂੰਨ ਵਾਪਸ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਸਿਰਫ ਇਸ ਦਾ ਜਵਾਬ ਦਿਓ। ਬਾਕੀ ਗੱਲਾਂ, ਬਾਕੀ ਮੰਗਾਂ ਤੇ ਬਾਅਦ ਵਿੱਚ ਚਰਚਾ ਜਿਹੜੀ ਉਹ ਕੀਤੀ ਜਾਏਗੀ। ਗੌਰਵ ਪੰਕਜ ਜੀ, ਇੱਕ ਆਖਰੀ ਸਵਾਲ ਇਸ ਪੂਰੀ ਖਬਰ ਦੇ ਨਾਲ ਜੁੜਿਆ ਹੋਇਆ, ਇਹ ਕਦੋਂ ਤੱਕ ਪ੍ਰਪੋਜ਼ਲ ਦੇ ਉੱਤੇ ਮੋਹਰ ਲੱਗ ਜਾਏਗੀ ਤਾਂ ਕਿ ਕਿਸਾਨਾਂ ਦੇ ਕੋਲ ਭੇਜਿਆ ਜਾ ਸਕੇ? ਕਿ ਉਮੀਦ ਕਰੀਏ ਕਿ ਦੁਪਹਿਰ ਤੱਕ 2-3 ਵਜੇ ਤੱਕ ਇਹ ਪ੍ਰਪੋਜ਼ਲ ਆ ਜਾਏਗਾ ਜਾਂ ਸ਼ਾਮ ਤੱਕ ਜਾਂ ਦੇਰ ਰਾਤ ਤੱਕ ਇੰਤਜ਼ਾਰ ਕਿਸਾਨਾਂ ਨੂੰ ਕਰਨਾ ਪੈ ਸਕਦਾ? ਕਿਉਂਕਿ ਉਸ ਤੋਂ ਬਾਅਦ ਹੀ ਫੈਸਲਾ ਹੋਣਾ ਹੈ ਕੱਲ ਦੀ ਮੀਟਿੰਗ ਦਾ। ਕੁਝ ਕਿਸਾਨਾਂ ਨਾਲ ਅਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਵੀ ਇਹ ਜ਼ਿਕਰ ਕਰ ਰਹੇ ਸੀ ਕਿ ਉਸ ਤੋਂ ਬਾਅਦ ਹੀ ਅਸੀਂ ਫੈਸਲਾ ਕਰਾਂਗੇ ਕਿ ਕੱਲ ਦੀ ਮੀਟਿੰਗ 'ਚ ਜਾਣਾ ਹੈ ਜਾਂ ਨਹੀਂ। ਗੌਰਵ ਇਨਫੋਰਮਲ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਕੁਝ ਆਗੂਆਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ। ਇਨਫੋਰਮਲ ਤੌਰ ਤੇ ਇਹ ਪ੍ਰਪੋਜ਼ਲ ਪਹੁੰਚ ਚੁੱਕਿਆ, ਪ੍ਰਸਤਾਵ ਪਹੁੰਚ ਚੁੱਕਿਆ ਵਾ। ਆਫੀਸ਼ੀਅਲ ਤੌਰ ਤੇ ਥੋੜੀ ਦੇਰ 'ਚ ਪ੍ਰਪੋਜ਼ਲ ਪਹੁੰਚ ਸਕਦਾ ਹੈ। ਕਿਸੇ ਵੇਲੇ ਵੀ ਕਿਸਾਨ ਜਥੇਬੰਦੀਆਂ ਨੂੰ WhatsApp ਦੇ ਜ਼ਰੀਏ ਵੀ ਇਹ ਪ੍ਰਪੋਜ਼ਲ ਜਿਹੜਾ ਉਹ ਭੇਜਿਆ ਜਾ ਸਕਦਾ ਹੈ ਕਿਉਂਕਿ 41 ਜਥੇਬੰਦੀਆਂ ਨੇ, ਕੱਲ 13 ਜਥੇਬੰਦੀਆਂ ਨੇ ਜਦੋਂ ਗੱਲਬਾਤ ਕੀਤੀ ਤਾਂ ਇਸ ਮੁਤਲਕ ਜਾਣਕਾਰੀ ਉਹਨਾਂ ਨੂੰ ਦੇ ਦਿੱਤੀ ਗਈ ਸੀ। ਇਹ ਸਰਕਾਰ ਦਾ ਪ੍ਰਪੋਜ਼ਲ ਰਹਿਣ ਵਾਲਾ ਵਾ ਔਰ ਅਜਿਹੇ
ਕਿਉਂਕਿ ਕਿਸਾਨ ਜਥੇਬੰਦੀਆਂ ਵੀ ਆਪਸ ਵਿੱਚ ਮੀਟਿੰਗ ਕਰ ਰਹੀਆਂ ਨੇ, ਕਿਸਾਨ ਜਥੇਬੰਦੀਆਂ ਵੀ ਆਪਸ ਵਿੱਚ ਤੈਅ ਕਰ ਰਹੀਆਂ ਨੇ ਕਿ ਇਸ ਤਰੀਕੇ ਦੇ ਨਾਲ ਇਹ ਪ੍ਰਪੋਜ਼ਲ ਅਸੈਪਟ ਕਰਨਾ ਹੈ ਨਹੀਂ ਕਰਨਾ, ਕਿਉਂਕਿ ਅਜੇ ਤੱਕ ਜੋ ਕਿਸਾਨਾਂ ਦਾ ਰਿਐਕਸ਼ਨ ਸੀ ਉਹ ਕਹਿ ਰਹੇ ਸੀ ਕਿ ਕਾਨੂੰਨ ਰੱਦ ਕਰੋ, ਇਸ ਤੋਂ ਇਲਾਵਾ ਕੋਈ ਵੀ ਸਰਕਾਰ ਪ੍ਰਪੋਜ਼ਲ ਭੇਜੇ ਉਹ ਸਾਨੂੰ ਮਨਜ਼ੂਰ ਨਹੀਂ ਹੋਏਗਾ। ਤਾਂ ਸਰਕਾਰ ਨੇ ਆਪਣੇ ਪੱਤੇ ਖੋਲ੍ਹਤੇ ਆ, ਸਰਕਾਰ ਨੇ ਆਪਣਾ ਦਾਅ ਖੋਲ੍ਹਤਾ, ਸਰਕਾਰ ਨੇ ਪੱਤੇ ਸ਼ੋਅ ਕਰਤੇ ਨੇ ਕਿ ਇਹੀ ਸਾਡੇ ਜਿਹੜੀਆਂ ਮੰਗਾਂ ਨੇ ਮੰਨੀਆਂ ਜਾ ਸਕਦੀਆਂ ਨੇ, ਇਹੀ ਗੱਲ ਜਿਹੜੀ ਹੈ ਰੱਖੀ ਜਾ ਸਕਦੀ ਹੈ। ਹੁਣ ਕਿਸਾਨ ਆਗੂਆਂ ਨੇ ਤੈਅ ਕਰਨਾ ਹੈ ਕਿ ਇਹ ਪ੍ਰਪੋਜ਼ਲ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਆਗੂ ਦੇਖਦੇ ਨੇ, ਕਿਸਾਨ ਆਗੂ ਇਸ ਪ੍ਰਪੋਜ਼ਲ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ। ਲੇਕਿਨ ਇਹ ਸਰਕਾਰ ਵੱਲੋਂ ਥੋੜੀ ਦੇਰ ਪਹਿਲਾਂ ਸੁਰਜੀਤ ਜੈਨੀ ਹੋਰਾਂ ਨਾਲ ਵੀ ਗੱਲਬਾਤ ਹੋ ਰਹੀ ਸੀ, ਉਹ ਕਹਿ ਰਹੇ ਸੀਗੇ ਕਿ ਜੋ ਖਾਮੀਆਂ ਨੇ ਅਸੀਂ ਸਾਰੀਆਂ ਖਾਮੀਆਂ ਇੱਕ ਇੱਕ ਕਰਕੇ ਦੂਰ ਕਰ ਰਹੇ ਹਾਂ, ਲੇਕਿਨ ਕਾਨੂੰਨ ਪਿਆ ਰਵੇ ਉਸ ਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ। ਤਾਂ ਅਜਿਹੇ ਤੇ ਕੀ ਕਿਸਾਨ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਮੰਨਣਗੀਆਂ ਜਾਂ ਫਿਰ ਕਿਸਾਨ ਇਸ ਜਥੇਬੰਦੀਆਂ ਇਸ ਮੁਤਲਕ ਕੀ ਕੁਝ ਸੋਚਦੀਆਂ ਨੇ, ਇਹ ਅੱਜ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਏਗਾ। 12 ਵਜੇ ਮੀਟਿੰਗ ਗੌਰਵ ਸ਼ੁਰੂ ਹੋਣੀ ਹੈ। ਠੀਕ ਹੈ ਪੰਕਜ, ਮੈਂ ਇੱਕ ਹੋਰ ਛੋਟੀ ਚੀਜ਼, ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਇਹਨਾਂ ਪ੍ਰਪੋਜ਼ਲ ਦੇ ਬਿੰਦੂਆਂ ਨੂੰ ਲੈ ਕੇ, ਹੁਣ ਤੱਕ ਉਹਨਾਂ ਦਾ ਕੋਈ ਰਿਐਕਸ਼ਨ ਜਾਂ ਮੈਂ ਕਹਾਂ ਕਿ ਫਰਸਟ ਰਿਐਕਸ਼ਨ ਕਿਸੇ ਕਿਸਾਨ ਜਥੇਬੰਦੀ ਦਾ ਸਾਹਮਣੇ ਆਇਆ ਹੋਵੇ? ਪੰਕਜ ਰੂਲੂ ਸਿੰਘ ਨਾਲ ਹੋਰਾਂ ਨਾਲ ਨਿਊਜ਼ 18 ਨੇ ਗੱਲਬਾਤ ਕੀਤੀ ਸੀ, ਕੱਲ ਦੀ ਮੀਟਿੰਗ ਦੀ ਅਗਵਾਈ ਉਹੀ ਕਰ ਰਹੇ ਸੀਗੇ। ਉਹ ਕਹਿ ਰਹੇ ਨੇ ਕਿ ਪ੍ਰਪੋਜ਼ਲ ਤੁਹਾਨੂੰ ਪਤਾ ਹੈ, ਇਹ ਇਸ ਗੱਲਾਂ ਨੂੰ ਲੈ ਕੇ ਅਸੀਂ ਕਹਿ ਰਹੇ ਹਾਂ ਕਿ ਇਹ ਗੱਲਾਂ ਤੁਹਾਡੀਆਂ ਠੀਕ ਨੇ, ਲੇਕਿਨ ਸਿਰਫ ਇਹ ਦੱਸੋ ਕਿ ਕਾਨੂੰਨ ਰੱਦ ਕਰੋਗੇ ਜਾਂ ਨਹੀਂ ਕਰੋਗੇ, ਕਿਉਂਕਿ ਹੁਣ ਮਸਲਾ ਕਾਨੂੰਨ ਨੂੰ ਲੈ ਕੇ ਹੈ। ਤਾਂ ਇਹ ਪ੍ਰਪੋਜ਼ਲ ਕਿਸਾਨ ਜਥੇਬੰਦੀਆਂ ਨੂੰ ਇਸ ਮੁਤਲਕ ਜਾਣਕਾਰੀ ਹੈ, ਲੇਕਿਨ ਇਸ ਵੇਲੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਸਾਨੂੰ ਹੋਰ ਕੋਈ ਗੱਲ ਜਿਹੜੀ ਹੈ ਉਹ ਸਰਕਾਰ ਦੇ ਨਾਲ ਨਹੀਂ ਕਰਾਂਗੇ। ਇਹ ਫਿਲਹਾਲ ਅਜੇ ਤੱਕ ਜਦੋਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੁਰੂ ਹੋਣੀ ਹੈ ਉਦੋਂ ਤੱਕ ਇਹ ਜਾਣਕਾਰੀ ਜਿਹੜੀ ਉਹ ਮਿਲ ਰਹੀ ਹੈ। ਕਰੋ ਠੀਕ ਹੈ ਪੰਕਜ, ਤੁਸੀਂ ਨਜ਼ਰ ਬਣਾਏ ਰੱਖੋ, ਅਪਡੇਟ ਅੱਗੇ ਵੀ ਤੁਹਾਡੇ ਤੋਂ ਲੈਂਦੇ ਰਹਾਂਗੇ। ਵੱਡੀ ਖਬਰ ਹੈ ਇਸ ਸਮੇਂ ਦੀ, ਵੱਡੀ ਖਬਰ ਇਸ ਕਰਕੇ ਹੋ ਜਾਂਦੀ ਹੈ ਕਿ ਜਿਹੜਾ ਪ੍ਰਪੋਜ਼ਲ ਥੋੜੀ ਦੇਰ ਦੇ ਵਿੱਚ ਪਹੁੰਚੇਗਾ ਕਿਸਾਨ ਜਥੇਬੰਦੀਆਂ ਦੇ ਕੋਲ। ਮੈਂ ਇਸ ਸਮੇਂ ਸਿੰਘੂ ਬਾਰਡਰ ਦੇ ਉੱਤੇ ਮੌਜੂਦ ਹਾਂ। ਥੋੜੀ ਦੇਰ ਦੇ ਵਿੱਚ ਕਿਸਾਨਾਂ ਦੇ ਕੋਲ ਇਹ ਪ੍ਰਪੋਜ਼ਲ ਕੇਂਦਰ ਦਾ ਪਹੁੰਚੇਗਾ। ਉਹ ਪੁਆਇੰਟ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਨ੍ਹਾਂ ਦੇ ਉੱਤੇ ਖਰਚਾ ਜਤਾਇਆ ਜਾ ਰਿਹਾ ਸੀ। ਦੇਖੋ ਬਹੁਤ ਅਹਿਮ ਪੁਆਇੰਟਸ ਨੇ 4-5 ਜਿਨ੍ਹਾਂ ਦਾ ਮੈਂ ਇੱਕ ਵਾਰ ਮੁੜ ਤੋਂ ਜ਼ਿਕਰ ਕਰਾਂ। ਜਦੋਂ ਖੇਤੀ ਕਾਨੂੰਨ ਸਾਹਮਣੇ ਆਏ ਨੇ ਤਾਂ ਖਰਚਾ ਜਤਾਇਆ ਗਿਆ ਕਿ MSP ਖਤਮ ਹੋ ਜਾਏਗੀ, ਸਰਕਾਰੀ ਖਰੀਦ ਬੰਦ ਹੋ ਸਕਦੀ ਹੈ। ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਸ ਦੇ ਵਿੱਚ ਸੋਧ ਕਰਕੇ ਇਹ ਜ਼ਿਕਰ ਕਰਨ ਨੂੰ ਤਿਆਰ ਹਾਂ ਕਿ MSP ਜਾਰੀ ਰਹੇਗੀ, ਸਰਕਾਰੀ ਖਰੀਦ ਜਾਰੀ ਰਹੇਗੀ। ਉਸ ਤੋਂ ਬਾਅਦ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਉਸ ਵਿਵਾਦ ਦੇ ਵਿਚਾਲੇ ਸਿਰਫ DC ਤੱਕ ਜਾਣ ਦੀ ਇਜਾਜ਼ਤ ਹੈ। ਪਰ ਹੁਣ ਜਿਹੜਾ ਨਵਾਂ ਪ੍ਰਪੋਜ਼ਲ ਹੈ ਉਸ ਦੇ ਵਿੱਚ ਸਰਕਾਰ ਅਦਾਲਤ ਤੱਕ ਜਾਣ ਦਾ ਵੀ ਬਦਲ ਰੱਖ ਰਹੀ ਹੈ, ਉਹ ਵੀ ਮਨਜ਼ੂਰ ਕਰ ਲਿਆ ਗਿਆ ਹੈ। ਫਾਸਟ ਟਰੈਕ ਕੋਰਟ ਦਾ ਵੀ ਜਿਹੜੀ ਤਜਵੀਜ਼ ਆ ਉਸ ਦੇ ਵਿੱਚ ਹੋਏਗੀ, ਉਸ ਨੂੰ ਵੀ ਮਨਜ਼ੂਰ ਕੀਤਾ ਗਿਆ ਹੈ ਪ੍ਰਪੋਜ਼ਲ ਨੇ। ਕਿਸਾਨ ਜਥੇਬੰਦੀਆਂ ਇਸ ਦੇ ਉੱਤੇ ਸਹਿਮਤ ਹੁੰਦੀਆਂ ਨੇ ਜਾਂ ਨਹੀਂ, ਇਹ ਥੋੜੀ ਦੇਰ 'ਚ ਜ਼ਰੂਰ ਸਾਫ਼ ਹੋਵੇਗਾ ਜਿਵੇਂ ਉਹਨਾਂ ਦੇ ਕੋਲ ਸੱਦਾ ਪਹੁੰਚਦਾ ਹੈ। ਸਾਡੀ ਕਵਰੇਜ ਲਗਾਤਾਰ ਜਾਰੀ ਰਹੇਗੀ ਗਰਾਊਂਡ ਜ਼ੀਰੋ ਤੋਂ। ਮੈਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੋਕ ਰਿਹਾ।